हाँ जी क्लास। आज ਅਸੀਂ ਕੰਟਰੋਲ ਸਟੇਟਮੈਂਟ ਸਟਾਰਟ ਕਰ ਰਹੇ ਹਾਂ। ਠੀਕ ਹੈ। ਕੰਟਰੋਲ ਸਟੇਟਮੈਂਟਸ 3 टाइप्स ਦੀਆਂ ਹੁੰਦੀਆਂ। ठीक है। फर्स्ट ਹੁੰਦੀ है सीक्वेंशियल स्टेटमेंट्स, सेकंड है डिसीजन मेकिंग एंड थर्ड है लूपिंग। सी लैंग्वेज ਵਿੱਚ ਜੋ ਕੀਤੀਆਂ ਸੀ ਉਹੀ ਸੇਮ ਹੈ। ठीक है। 3 टाइप्स ਦੀਆਂ ਸੀਗੀਆਂ। ਉਹਦੇ ਵਿੱਚ ਸੀक्वेंशियल ਮੀਨ ਲਾਈਨ ਵਾਈਜ਼ ਕੋਡ ਐਗਜ਼ੀਕਿਊਟ ਹੋ ਰਿਹਾ। ਅਸੀਂ ਡਾਟਾ ਟਾਈਪਸ ਦੀ ਐਗਜ਼ਾਮਪਲ ਕੀਤੀ ਸੀ ਜਿਹੜੀ ਉਹ ਬੇਸਿਕਲੀ ਕੋਡ ਦੀ ਐਗਜ਼ੀਕਿਊਸ਼ਨ ਹੀ ਸੀ। क्लास ऑडिबल नहीं है? ऑडिबल है या नहीं? हिमांशु ऑडिबल है या नहीं? ओके। ओके। कंट्रोल स्टेटमेंट्स 3 टाइप्स ਦੀਆਂ ਹੈ। ठीक है। फर्स्ट है सीक्वेंशियल स्टेटमेंट्स ਜਿਹਦੇ ਵਿੱਚ ਲਾਈਨ ਬਾਈ ਲਾਈਨ ਕੋਡ ਐਗਜ਼ੀਕਿਊਟ ਹੁੰਦਾ। ਫਸਟ ਲਾਈਨ, ਸੈਕੰਡ ਲਾਈਨ, ਥਰਡ ਲਾਈਨ। ਕੋਈ ਵੀ ਉਹਦੇ ਵਿੱਚ ਅਸੀਂ ਚੇਂਜਸ ਨਹੀਂ ਕਰ ਸਕਦੇ ਲਾਈਨਸ ਦੀ। मतलब ਅਸੀਂ ਕੋਡ ਕੋਈ ਵੀ ਸਕਿਪ ਨਹੀਂ ਕਰ ਸਕਦੇ ਕੋਈ ਵੀ ਲਾਈਨ। ਉਹ ਹੁੰਦਾ ਸੀਕੁਐਂਸ਼ੀਅਲ ਕੋਡ। ਸੈਕੰਡ ਹੈ ਡਿਸੀਜਨ ਮੇਕਿੰਗ। डिसीजन मेकिंग ਅਸੀਂ ਅੱਜ ਕਰਾਂਗੇ। डिसीजन मेकिंग मीनस ਇਹਦੇ ਵਿੱਚ ਕੋਈ ਨਾ ਕੋਈ डिसीजन ਦੇ बेसिस ਤੇ ਅਸੀਂ ਕੋਡ ਐਗਜ਼ੀਕਿਊਟ ਕਰਨਾ ਹੈ। ਲਾਈਕ ਅਸੀਂ ਅਗਰ ਇੱਕ डिसीजन ਲਵਾਂਗੇ ਕਿ ਹਾਂ ਅਗਲਾ ਵਾਲਾ ਕਿਹੜਾ ਪਾਰਟ ਆਫ ਕੋਡ ਅਸੀਂ ਐਗਜ਼ੀਕਿਊਟ ਕਰਨਾ ਚਾਹੁੰਦੇ ਹਾਂ, ਕਿਹੜਾ ਬਲੋਕ ਆਫ ਕੋਡ। ਠੀਕ ਹੈ। डिसीजन मेकिंग ਦੇ ਵਿੱਚ डिफरेंट टाइप्स है लाइक इफ स्टेटमेंट, इफ एल्स स्टेटमेंट, एल्स इफ लैडर, नेस्टेड इफ एंड स्विच स्टेटमेंट्स। ठीक है। फर्स्ट ऑफ ऑल इफ स्टेटमेंट सिंटैक्स की है। इफ ਉਹਦੇ ਬ੍ਰੈਕਟ ਦੇ ਵਿੱਚ ਕੰਡੀਸ਼ਨ ਜੋ ਅਸੀਂ ਹੁਣ ਤੱਕ ਕਰਦੇ ਆ ਰਹੇ ਹਾਂ ਸੇਮ ਉਹੀ ਸਿੰਟੈਕਸ ਹੈ, ਕੋਈ ਡਿਫਰੈਂਟ ਨਹੀਂ ਹੈ। ਜਿਹੜਾ ਵੀ ਕੋਡ ਐਗਜ਼ੀਕਿਊਟ ਕਰਨਾ ਹੋਏ ਇਹਦੇ ਅੰਦਰ ਹੋਏਗਾ। ਅਗਰ ਕੰਡੀਸ਼ਨ ਟਰੂ ਹੋਏਗੀ ਦੈਨ ਇਹ ਵਾਲਾ ਕੋਡ ਆਫ ਬਲੌਕ ਐਗਜ਼ੀਕਿਊਟ ਹੋਏਗਾ। ਅਦਰਵਾਈਜ਼ ਕੁਝ ਵੀ ਨਹੀਂ ਹੋਏਗਾ, ਸਿੱਧਾ ਸਕਿਪ ਕਰੇਗਾ ਨੈਕਸਟ ਲਾਈਨ ਆਫ ਕੋਡ ਤੇ। ਫॉर एग्जांपल एक कंडीशन है, अगर तो कंडीशन ट्रू होएगी तो इफ कोड एग्जीक्यूट होएगा। अगर कंडीशन ट्रू नहीं है मीन्स वो फॉल्स है देन ये कोड एग्जीक्यूट नहीं होएगा, सीधा नेक्स्ट लाइन पे स्किप करेगा। ठीक है। लेट्स टेक एन एग्जांपल। एक PHP ਦਾ ਕੋਡ ਲਿਆ, ਉਹਦੇ ਵਿੱਚ ਅਸੀਂ ਇੱਕ ਵੇਰੀਏਬਲ ਡਿਕਲੇਅਰ ਕੀਤਾ num ਨਾਮ ਦਾ। ਠੀਕ ਹੈ। ਉਹਦੇ ਵਿੱਚ ਮੈਂ 12 ਸੇਵ ਕੀਤਾ। ਹੁਣ ਮੈਂ ਕੰਡੀਸ਼ਨ ਕੀ ਲਗਾਈ ਹੈ, ਇਫ ਨਮ ਇਜ਼ ਲੈਸ ਦੈਨ 100, ਨੰਬਰ ਦੀ ਵੈਲਿਊ ਜਿਹੜੀ ਹੈ ਉਹ ਲੈਸ ਦੈਨ 100 ਹੈ ਜਾਂ ਨਹੀਂ। ਇਹ ਕੰਡੀਸ਼ਨ ਟਰੂ ਹੈ ਦੈਟਸ ਵਾਈ ਨਮ ਇਜ਼ ਲੈਸ ਦੈਨ 100 ਪ੍ਰਿੰਟ ਹੋਏਗਾ। ਡੋਲਰ ਨਮ ਦੀ ਜਗ੍ਹਾ ਤੇ ਉਹ ਆਪਣੇ ਆਪ 12 ਨੂੰ ਰਿਪਲੇਸ ਕਰ ਸਕਦਾ ਹੈ। ठीक है। ये ਤੁਹਾਨੂੰ ਦੱਸਣ ਦੀ ਜ਼ਰੂਰਤ नहीं है। और you can take one more example. Let me share screen. HTML ਦੇ ਵਿੱਚ ਅਗਰ ਤੁਸੀਂ PHP ਐਡ ਕਰਨਾ ਚਾਹੋ ਤਾਂ ਕੁਝ ਇਸ ਤਰ੍ਹਾਂ ਨਾਲ ਹੀ ਕਰੋਗੇ, ਬੋਡੀ ਦੇ ਅੰਦਰ ਕਰੋਗੇ। ਠੀਕ ਹੈ। ਅਗਰ ਨਹੀਂ ਕਰਨਾ ਚਾਹੁੰਦੇ ਤਾਂ ਬੇਸ਼ੱਕ ਤੁਸੀਂ ਇਹ ਵਾਲਾ ਪਾਰਟ ਸਕਿਪ ਕਰ ਸਕਦੇ ਹੋ ਇਹਨਾਂ ਕੋਲ। ठीक है। बट आई एम एडिंग देयर PHP ਦਾ ਸਿੰਟੈਕਸ ਕਹਿ ਰਿਹਾ ਕਿ ਮੈਂ ਇਸ ਤਰੀਕੇ ਨਾਲ ਹੀ PHP ਦੇ ਕੋਡ ਨੂੰ ਲਿਖਾਂਗੀ। ਉਸ ਤੋਂ ਬਾਅਦ ਇੱਕ ਨੰਬਰ ਵੇਰੀਏਬਲ ਡਿਕਲੇਅਰ ਕੀਤਾ, ਉਹਦੇ ਵਿੱਚ ਮੈਂ 20 ਸੇਵ ਕੀਤਾ। ਹੁਣ ਮੈਂ ਚੈੱਕ ਕਰ ਰਹੀ ਹਾਂ ਇਫ ਨਮ ਇਜ਼ ਇਕੁਅਲ ਟੂ 20। ਅਗਰ ਤਾਂ ਨਮ ਇਕੁਅਲ ਟੂ 20 ਹੋਏਗਾ ਦੈਨ ਇਹ ਸਾਰਾ ਬਲੋਕ ਆਫ ਕੋਡ ਐਗਜ਼ੀਕਿਊਟ ਹੋਏਗਾ, मतलब ਇਹ ਸਾਰਾ ਪ੍ਰਿੰਟ ਹੋਏਗਾ। ਅਗਰ ਨੰਬਰ ਨੋਟ ਇਕੁਅਲ ਟੂ 20 ਹੋਏਗਾ ਦੈਨ ਕੁਝ ਇਹ ਵਾਲਾ ਪਾर्ट नहीं एग्जीक्यूट होएगा ਇਹਦੇ ਅੰਦਰ ਵਾਲਾ, बट ए होएगा। आउटपुट देखते हैं फिर समझ आएगा ज़्यादा बेटर वे ਦੇ ਵਿੱਚ किस तरह वर्क करता है। इस केस ਦੇ ਵਿੱਚ ਕੀ ਹੋਇਆ,
ਇਹ ਵਾਲਾ ਬਲੋਕ ਆਫ ਕੋਡ ਕਦੋਂ ਐਗਜ਼ੀਕਿਊਟ ਹੋਣਾ ਸੀ? ਜਿਸ ਟਾਈਮ ਤੇ ਇਹ ਕੰਡੀਸ਼ਨ ਟਰੂ ਹੁੰਦੀ। ਇਹ ਕੰਡੀਸ਼ਨ ਟਰੂ ਹੈ ਮੀਨਸ ਇਹ ਵਾਲਾ ਪਾਰਟ ਐਗਜ਼ੀਕਿਊਟ ਹੋਇਆ, ਉੱਥੇ ਆਉਟਪੁੱਟ ਦੇ ਵਿੱਚ ਆਇਆ ਕੰਡੀਸ਼ਨ ਫੁੱਲਫਿਲਡ, ਇਕੋ ਵੀ ਕੀਤਾ ਨੈਕਸਟ ਲਾਈਨ ਨੂੰ ਉਹਨੇ, ਮਤਲਬ ਕੰਡੀਸ਼ਨ ਫੁੱਲਫਿਲ ਤੋਂ ਬਾਅਦ ਨੈਕਸਟ ਲਾਈਨ ਦੇ ਵਿੱਚ ਗਿਆ ਉਹ, ਉਸ ਤੋਂ ਬਾਅਦ ਉਹਨੇ ਪ੍ਰਿੰਟ ਕੀਤਾ ਨੰਬਰ ਇਜ਼ ਇਕੁਅਲ ਟੂ 20, ਉਹ ਵੀ ਪ੍ਰਿੰਟ ਹੋ ਗਿਆ। ਦੈਨ ਉਹਨੇ ਨੈਕਸਟ ਲਾਈਨ ਐਂਟਰ ਕੀਤੀ, ਮਤਲਬ ਇਸ 20 ਤੋਂ ਬਾਅਦ ਨੈਕਸਟ ਲਾਈਨ ਤੇ ਸਾਡਾ ਕਰਸਰ ਰਿਮੂਵ ਕਰਵਾਇਆ। ਦੈਨ ਉਹਨੇ ਪ੍ਰਿੰਟ ਕਰ ਦਿੱਤਾ ਆਊਟ ਫਰੋਮ ਇਫ ਸਟੇਟਮੈਂਟ, ਇਸ ਲਾਈਨ ਦੇ ਵਿੱਚ ਆਊਟ। ਠੀਕ ਹੈ, ਲੈਟਸ ਇਮੇਜਿਨ ਮੈਂ ਤੇ 2 ਲਿਖ ਦਿੰਦੀ ਹਾਂ, ਸੇਵ ਕੀਤਾ ਕੋਡ ਨੂੰ, ਰਿਫਰੈਸ਼ ਕੀਤਾ, ਨੰਬਰ ਇਜ਼ ਨੋਟ ਇਕੁਅਲ ਟੂ 2, मतलब ਉਹਨੇ ਇਹ ਵਾਲਾ ਬਲੋਕ ਸਕਿਪ ਕਰਨਾ ਹੈ, ਬਟ ਇਫ ਤੋਂ ਬਾਅਦ ਵਾਲਾ, ਇਫ ਦੀ ਐਂਡਿੰਗ ਇੱਥੇ ਹੈ, ਇਸ ਤੋਂ ਬਾਅਦ ਵਾਲਾ ਪਾਰਟ ਸਾਰਾ ਐਗਜ਼ੀਕਿਊਟ ਜ਼ਰੂਰ ਹੋਏਗਾ। ਡੈਟਸ ਵਾਈ ਉਹਨੇ ਪਹਿਲਾਂ ਇੱਕ ਲਾਈਨ ਐਮਟੀ ਰੱਖੀ ਇਹਦੇ ਵਿੱਚ, ਫਸਟ ਲਾਈਨ ਐਮਟੀ ਹੈ, ਠੀਕ ਹੈ। ਸੈਕਿੰਡ ਲਾਈਨ ਦੇ ਵਿੱਚ ਉਹਨੇ ਆਊਟ ਫਰੋਮ ਇਫ ਸਟੇਟਮੈਂਟ ਪ੍ਰਿੰਟ ਕੀਤਾ। ਇਫ ਸਟੇਟਮੈਂਟ ਅਸੀਂ ਸਿੰਪਲੀ ਉਦੋਂ ਯੂਜ਼ ਕਰਦੇ ਹਾਂ ਜਦੋਂ ਮੈਂ ਕਹਿਣਾ ਹੋਵੇ ਕਿ ਹਾਂ ਇਹ ਕੰਮ ਕਰ ਦੇ, ਅਗਰ ਨਹੀਂ ਵੀ ਕਰੇਗਾ ਤਾਂ ਵੀ ਕੋਈ ਨਹੀਂ, ਇਸ ਤੋਂ ਬਾਅਦ ਇਹ ਕੰਮ ਕਰ ਦੇ। ਠੀਕ ਹੈ, ਫੋਰ ਐਗਜ਼ਾਮਪਲ ਮੈਂ ਤੁਹਾਨੂੰ ਕਹਾਂ ਕਿ ਇਹ ਵਾਲਾ ਕੁਐਸਚਨ ਨੋਟ ਡਾਊਨ ਕਰ ਲਓ। ਠੀਕ ਹੈ, ਹੁਣ ਜੇ ਤਾਂ ਇਫ you want to note down, you can note down, otherwise nothing, I cannot do anything. Okay, next है if else statement। इफ एल्स उस केस यूज करते हैं अगर मैं कंडीशन अप्लाई करनी हो कि अगर तो मेरी कंडीशन ट्रू है दैन ये काम कर, अदरवाइज तेन ये काम करना ही पएगा। मतलब दोनों के विचों कोई ना कोई एक पार्ट मैं एग्जीक्यूट जरूर करवाना चाहती हूँ। ठीक है, ਇਹਦਾ ਸਿੰਟੈਕਸ ਸੇਮ ਸੀ ਵਾਲਾ, ਇਫ ਕੰਡੀਸ਼ਨ ਉਹਦੇ ਬ੍ਰੈਕਟ ਦੇ ਵਿੱਚ, ਦੈਨ ਇਫ ਵਾਲਾ ਸਾਰਾ ਪਾਰਟ ਜਿੰਨਾ ਵੀ ਅਸੀਂ ਐਗਜ਼ੀਕਿਊਟ ਕਰਵਾਉਣਾ ਚਾਹੁੰਦੇ, ਅਦਰਵਾਈਜ਼ ਐਲਸ ਵਾਲਾ ਪਾਰਟ ਐਗਜ਼ੀਕਿਊਟ ਹੋਏਗਾ, ਦਿਸ ਵਨ। ਠੀਕ ਹੈ, ਜੋ ਸੀ ਦੇ ਵਿੱਚ ਸਿੰਟੈਕਸ ਹੀ ਸੇਮ ਉਹੀ ਸਿੰਟੈਕਸ ਹੈ, ਕੁਝ ਡਿਫਰੈਂਟ ਨਹੀਂ ਹੈ। ਇਫ ਕੰਡੀਸ਼ਨ ਇਜ਼ ਟਰੂ ਦੈਨ ਇਫ ਵਾਲਾ ਕੋਡ ਐਗਜ਼ੀਕਿਊਟ ਹੁੰਦਾ ਹੈ, ਅਦਰਵਾਈਜ਼ ਫਾਲਸ ਦੇ ਲਈ ਐਲਸ ਵਾਲਾ ਕੋਡ ਐਗਜ਼ੀਕਿਊਟ ਹੁੰਦਾ ਹੈ। ਐਂਡ ਇਹ ਦੋਨੋਂ ਕੋਡਸ ਤੋਂ ਬਾਅਦ ਨੋਰਮਲ ਜਿਹੜਾ ਆਊਟ ਇਫ ਕੰਡੀਸ਼ਨ ਇਫ ਐਲਸ ਤੋਂ ਬਾਅਦ ਵਾਲਾ ਕੋਡ ਹੈ ਉਹ ਉਸ ਤੋਂ ਬਾਅਦ ਐਗਜ਼ੀਕਿਊਟ ਹੋਏਗਾ। ठीक है, यदि एग्जांपल भी देख लेते हैं, इफ एल्स। ओके, सिमिलर इफ वाला कोड हजे इत्थे ही है, उस तो बाद सिंपली मैं एल्स वाला पार्ट ਉਹਦੇ ਵਿੱਚ ऐड किया। ठीक है, अगर ਤਾਂ कंडीशन ट्रू ਹੁੰਦੀ है देन कंडीशन फुलफिल, नेक्स्ट लाइन करे एंड नंबर इज इक्वल टू 20 करे। अदरवाइज की कवे दसे कि कंडीशन फुलफिल नहीं हुई सी ते नंबर इक्वल नहीं है 20 ਦੇ। ठीक है, उस तो बाद ਇਹ वाला पार्ट एग्जीक्यूट करे। ओके, ਹੁਣ अगर इस चीज़ ਨੂੰ ਅਸੀਂ एग्जीक्यूट करते हैं, इस केस ਦੇ ਵਿੱਚ कंडीशन फुलफिल नंबर इज इक्वल 20 एंड आउट फ्रॉम इफ स्टेटमेंट। कंडीशन फुलफिल हुई क्यों? क्योंकि नंबर की वैल्यू 20 सी, ਅਸੀਂ चेक किया नंबर इज इक्वल 20 है या नहीं है, नंबर इक्वल सी, सो इफ के अंदर एंटर किया। इफ के अंदर एंटर करने से उन्होंने देखा कि फर्स्ट लाइन से इको कंडीशन फुलफिल प्रिंट करना है, कंडीशन फुलफिल प्रिंट किया, दैन नैक्सट लाइन के गया, दैन नंबर इज इक्वल टू 20। अगर ये कंडीशन फॉल्स होंगी, अच्छा हजे तो कंडीशन ट्रू है, उस तो बाद एल्स वाला पार्ट नहीं एग्जीक्यूट होएगा। अगर इफ तो पार्ट एग्जीक्यूट हो जाता दैन सिंपली उन्हें लास्ट लाइन चल जाना। अदरवाइज अगर ये कंडीशन फॉल्स होंगी है दैन वो की करता सी, इस केस दे विच वो सिंपली आ लास्ट लाइन प्रिंट करता सी, कोई होर चीज़ नहीं करता सी। बट इस केस दे विच वो एल्स वाला पार्ट एग्जीक्यूट करेगा, बिकॉज असीं उन्होंने दस दिता कि अगर ये कंडीशन ट्रू नहीं है तो ये वाला काम करे। ठीक है, कंडीशन नॉट फुलफिल, नंबर इज नॉट इक्वल टू 20। ओके, एल्स वाला पार्ट एग्जीक्यूट किया, उस तो बाद उन्हें अगेन आउट फ्रॉम इफ स्टेटमेंट भी प्रिंट किया। नेक्स्ट है इफ एल्स हो गया। इफ एल्स की सैकेंड एग्जांपल असी ईवन ऑड नंबर्स फाइंड आउट करने हो तो नंबर मॉडुलस 2 चेक करते हैं। ठीक है, मतलब वो रिमाइंडर चेक करते हैं, अगर नंबर को 2 डिवाइड करते रिमाइंडर 0 आता है दैन वो नंबर ईवन होएगा, अदरवाइज नंबर ओड होएगा। वो उस चीज़ की एग्जांपल लेंगे। ठीक है, अच्छा हूँ तो अगर इफ एल्स स्टेटमेंट्स करवा रही है, इट मीनस कि हूँ हर एक प्रोग्राम का कोड समझाने की आई थिंक सो जरूरत नहीं है, बिकॉज सी जावा एंड दोनों कर चुके हो ऑलरेडी, मोर ऑफ ट्रेनिंग भी की है। ठीक है,
ਹੁਣ ਬਾਈ ਡਿਫੋਲਟ ਤੁਹਾਨੂੰ ਇਹ ਪ੍ਰੋਗਰਾਮਸ ਕਿਹੜੇ ਕਿਹੜੇ ਕਰਨੇ ਪੈਣੇ ਆ ਉਹ ਲਿਖ ਲਓ ਬੇਸ਼ੱਕ, ਠੀਕ ਹੈ। ਫਸਟ ਨੰਬਰ ਹੈ ਈਵਨ ਔਡ, ਸੈਕਿੰਡ ਹੈ ग्रेटेस्ट ऑफ 2 नंबर्स, थर्ड है ग्रेटेस्ट ऑफ 3 नंबर्स, प्राइम नंबर्स वाला, पॉजिटिव और नैगेटिव नंबर्स वाला प्रोग्राम। ये सारे प्रोग्राम ਜਿਹੜੇ ਅਸੀਂ ਹੁਣ ਤੱਕ ਹਰ ਲੈਂਗੁਏਜ ਵਿੱਚ ਕੀਤੇ ਉਹ PHP ਦੇ ਵਿੱਚ ਵੀ ਐਗਜ਼ੀਕਿਊਟ ਕਰਨੇ, ਠੀਕ ਹੈ। ਨੈਕਸਟ ਹੈ ਸਾਡੀ ਇਫ ਐਲਸ ਇਫ ਸਟੇਟਮੈਂਟ, ਮਤਲਬ ਜਿਹਨੂੰ ਅਸੀਂ ਕਹਿੰਦੇ ਆ ਐਲਸ ਇਫ ਲੈਟਰ। ਐਲਸ ਇਫ ਲੈਟਰ ਮੀਨਸ ਜਿਹਦੇ ਵਿੱਚ ਇਫ ਤੋਂ ਬਾਅਦ ਫਿਰ ਐਲਸ ਇਫ ਹੋਵੇ, ਫਿਰ ਐਲਸ ਇਫ ਹੋਵੇ। ਲਾਈਕ ਮੈਂ ਕਹਾਂ ਅਗਰ ਇਹ ਕੰਡੀਸ਼ਨ ਟਰੂ ਹੈ ਤਾਂ ਇਹ ਕਰ, ਅਦਰਵਾइज ਜੇ ਇਦਾਂ ਹੈ ਤਾਂ ਇਹ ਕਰ। ਮਤਲਬ ਬਾਰ-ਬਾਰ ਮੈਂ ਕੰਡੀਸ਼ਨਸ ਅਪਲਾਈ ਕਰ ਰਹੀ ਹਾਂ, ਡਿਫਰੈਂਟ ਟਾਈਪਸ ਆਫ ਕੰਡੀਸ਼ਨ ਡਿਪੈਂਡਿੰਗ ਔਨ ਦਾ फर्स्ट कंडीशन, ठीक है। नेस्टेड नहीं है, एल्स इफ है, ए नहीं था ए सही, ए नहीं था ए सही, इस तरीके वाला काम, ठीक है। फॉर एग्जांपल ਤੁਹਾਨੂੰ 3 ਅਸਾਈਨਮੈਂਟਸ ਮਿਲੀਆਂ, ਹੁਣ ਤੁਹਾਨੂੰ ਮੈਂ ਕਹਿ ਦਵਾਂ ਪਹਿਲਾਂ PHP ਦੀ ਅਸਾਈਨਮੈਂਟ ਕਰੋ, ਨਹੀਂ ਤਾਂ ਤੁਸੀਂ ਪਹਿਲਾਂ CPI ਦੀ ਅਸਾਈਨਮੈਂਟ ਕਰੋ, ਨਹੀਂ ਤਾਂ ਪਹਿਲਾਂ IoT ਦੀ ਕਰੋ। ਉਹ ਨਹੀਂ ਤਾਂ ਵਾਲਾ ਪਾਰਟ ਜਿਹੜਾ ਹੈ ਉਹ ਹੈ एल्स इफ, ठीक है। सेम सिंटैक्स इफ एल्स वाला डिफरेंट की है, एल्स ਦੇ ਨਾਲ ਵੀ ਇਫ ਕੰਡੀਸ਼ਨ ਐਡ ਹੋ ਜਾਂਦੀ ਹੈ ਐਂਡ ਇਹਨਾਂ ਦੋਨਾਂ ਦੇ ਵਿੱਚ ਸਪੇਸ ਨਹੀਂ ਹੁੰਦੀ, ਓਕੇ। ਇਫ ਕੰਡੀਸ਼ਨ ਦੈਨ ਐਲਸ ਇਫ ਵਾਲੀ ਕੰਡੀਸ਼ਨ, ਦੈਨ ਐਲਸ ਇਫ ਐਂਡ ਦੇ ਵਿੱਚ ਅਸੀਂ ਇੱਕ ਐਲਸ ਜ਼ਰੂਰ ਲਗਾਉਂਦੇ ਆ। ਉਹ ਇਸ ਲਈ ਕਿ ਅਗਰ ਜਿੰਨੀਆਂ ਵੀ ਮੈਂ ਕੰਡੀਸ਼ਨਸ ਅਪਲਾਈ ਕੀਤੀਆਂ ਉਹਨਾਂ ਦੇ ਵਿੱਚ ਕੋਈ ਵੀ ਟਰੂ ਨਹੀਂ ਹੈ, ਦੈਨ ਉਸ ਕੇਸ ਦੇ ਵਿੱਚ ਇੱਕ ਬਾਈ ਡਿਫੋਲਟ ਕੋਡ ਪ੍ਰਿੰਟ ਹੋਏ ਦੱਸੇ ਕਿ ਕੋਈ ਵੀ ਸਟੇਟਮੈਂਟ ਟਰੂ ਨਹੀਂ ਸੀ, ਤੁਹਾਡੀ ਕੋਈ ਵੀ ਕੰਡੀਸ਼ਨ ਫੁਲਫਿਲ ਨਹੀਂ ਹੋਈ, ਠੀਕ ਹੈ। ਫਲੋ ਚਾਰਟ ਉਹਦਾ ਬਣਿਆ ਹੋਇਆ ਦੇਖ ਸਕਦੇ ਹੋ। Kashish, I will send the questions in classroom. Don't worry. Flowchart ਦੇ ਵਿੱਚ explain ਕੀਤਾ ਹੈ, ਅਗਰ ਕੰਡੀਸ਼ਨ ਟਰੂ ਹੈ then ਇੱਕ ਬਲੋਕ, ਫਾਲਸ ਹੈ ਤਾਂ ਸੈਕੰਡ ਕੰਡੀਸ਼ਨ ਚੈੱਕ ਹੁੰਦੀ ਹੈ। ਫਿਰ ਉਹ ਅਗਰ ਉਹ ਟਰੂ ਹੋਏਗੀ ਤਾਂ ਸੈਕੰਡ ਬਲੋਕ ਚੱਲੇਗਾ, ਅਗਰ ਉਹ ਵੀ ਫਾਲਸ ਹੋ ਜਾਂਦੀ ਹੈ then ਥਰਡ ਕੰਡੀਸ਼ਨ ਚੈੱਕ ਹੁੰਦੀ ਹੈ, then ਥਰਡ ਬਲੋਕ ਚੱਲਦਾ ਹੈ। ਐਂਡ ਅਗਰ ਸਾਰੀਆਂ ਹੀ ਫਾਲਸ ਹੁੰਦੀਆਂ ਨੇ then ਉਸ ਕੇਸ ਦੇ ਵਿੱਚ ਜਸਟ ਆਊਟ ਆ ਰਿਹਾ ਇੱਥੇ, ਜਾਂ ਤਾਂ ਇੱਥੇ ਐਲਸ ਵਾਲਾ ਪਾਰਟ ਐਡ ਕਰ ਦੋ ਤਾਂ ਕਿ ਉਹਨੂੰ ਨਵਾਂ ਬਲੋਕ ਮਿਲ ਜਾਏ ਕਿ ਅਗਰ ਕੋਈ ਵੀ ਕੰਡੀਸ਼ਨ ਟਰੂ ਨਹੀਂ ਹੁੰਦੀ ਤਾਂ ਕੁਝ ਐਗਜ਼ੀਕਿਊਟ ਕਰੇ, ਸਾਨੂੰ ਦੱਸੇ ਕਿ ਕੋਈ ਵੀ ਕੰਡੀਸ਼ਨ ਫੁਲਫਿਲ ਨਹੀਂ ਹੋਈ। ਅਗਰ ਚੁੱਪਚਾਪ ਬਾਹਰ ਨਿਕਲ ਜਾਏਗਾ ਉਹਦਾ ਕੋਈ ਫਾਇਦਾ ਨਹੀਂ, ਠੀਕ ਹੈ। ਬਿਨਾਂ ਦੱਸੇ ਅਗਰ ਤੁਸੀਂ ਕਹੋ ਕਿ ਰਿਸਪੌਂਸ ਨਾ ਮਿਲੇ ਸਾਨੂੰ ਵੀ ਆਹ ਪ੍ਰੋਗਰਾਮ ਚੱਲਿਆ ਹੈ ਕਿ ਨਹੀਂ, ਸਾਨੂੰ ਪਤਾ ਨਹੀਂ ਲੱਗੇਗਾ ਸਾਡੀ ਇਫ ਚੱਲੀ ਹੈ ਕਿ ਨਹੀਂ। ਦੈਟਸ ਵਾਈ ਐਲਸ ਬਲੋਕ ਐਡ ਕਰਨਾ ਬੈਟਰ ਹੈ, ਕੰਪਲਸਰੀ ਨਹੀਂ ਹੈ, ਬਟ ਹਾਂ ਇਹਦੇ ਨਾਲ ਕੋਡ ਦੀ ਆਪਟੀਮਾਈਜੇਸ਼ਨ ਵੱਧਦੀ ਹੈ। फर्स्ट ब्लॉक ऑफ कोड इतने तक तो इफ वाला ही कॉपीड है, एल्स तो बाद असी इफ वाला पार्ट ऐड कर रहे हैं, ये वाला इफ एल्स के नाल ही ऐड किया, दैन अगेन लास्ट में मैं एक एल्स ऐड कर रही हूँ, ठीक है। दैन सिमिलर चेक ही कर रहे हैं नंबर अगर 120 के इक्वल है, असी वैल्यू दी है, दैन चेक ही कर रहे हैं नंबर 20 के इक्वल है नहीं है, मतलब इफ नहीं चलेगी। नंबर लेस देन 20 है नहीं है, मतलब एल्स इफ भी नहीं चलेगी। लास्ट है ए बचा आई चलेगी, ठीक है। चला के भी देख लेने की चलता है। थर्ड कंडीशन ही चली, फर्स्ट सेकंड नहीं चली है, जस्ट बिकॉज फर्स्ट कंडीशन फॉल्स सी, क्यों? क्योंकि नंबर की वैल्यू 20 के इक्वल नहीं सी, ठीक है। सेकंड कंडीशन से नंबर की वैल्यू लेस देन 20 है, 120 इज लेस देन 20, नो इट्स आल्सो फॉल्स, मतलब ये दोनों फॉल्स होगी। बचा लास्ट केस डिफॉल्ट केस, अगर मैं डिफॉल्ट केस भी नहीं लगाती, ठीक है, कोड तो फिर भी चल रहा है, बट पता नहीं चल रहा है किते भी कि मैं इफ दे विच इफ एल्स दे विच एंटर कीती सी या नहीं, इस करके इत्थे एल्स वाला कोड लगांदे हैं असीं ऑप्टिमाइजेशन दे लई, ठीक है। अगर फर्स्ट कंडीशन ही ट्रू हो जाती है देन वो नीचे वाली कोई भी कंडीशन चेक नहीं करता। फर्स्ट कंडीशन नंबर इज इक्वल टू 120 है या नहीं है, सो फर्स्ट कंडीशन ही फुलफिल होगी, फर्स्ट ब्लू प्रिंट किया देन वो डायरेक्टली इफ तो बाहर आ गया, ठीक है। नेक्स्ट है नेस्टेड इफ स्टेटमेंट्स। नेस्टेड इफ दे विच एक इफ दे अंदर, नेस्ट मतलब की हुंदा घोंसला हुंदा, ठीक है, घोंसले अंदर अंदर बहुत सारे उन्होंने बनाए होंगे लेयर्स, ठीक है। सो बेसिकली नेस्टेड इफ दे विच भी यही हुंदा है
कि ਅਸੀਂ ਇੱਕ ਇਫ ਦੇ ਅੰਦਰ ਮਲਟੀਪਲ ਇਫ ਸਟੇਟਮੈਂਟਸ ਐਡ ਕਰ ਸਕਦੇ ਹਾਂ, ਐਲਸ ਦੇ ਅੰਦਰ ਵੀ ਮਲਟੀਪਲ ਇਫ ਸਟੇਟਮੈਂਟਸ ਐਡ ਕਰ ਸਕਦੇ ਹਾਂ। ਠੀਕ ਹੈ, ਇਫ ਸਟੇਟਮੈਂਟ ਉਹਦੇ ਅੰਦਰ ਇੱਕ ਹੋਰ ਇਫ ਸਟੇਟਮੈਂਟ ਇਫ ਐਲਸ ਐਡ ਕੀਤੀ ਹੋਈ ਹੈ, ਸਿਮਿਲਰਲੀ ਐਲਸ ਦੇ ਵਿੱਚ ਵੀ ਇੱਕ ਇਫ ਐਲਸ ਐਡ ਕੀਤੀ ਹੋਈ ਹੈ। ਇਸੇ ਤਰੀਕੇ ਨਾਲ ਇਹਦੇ ਅੰਦਰ ਹੋਰ ਵੀ ਤੁਸੀਂ ਐਡ ਕਰ ਸਕਦੇ ਹੋ ਸਟੇਟਮੈਂਟਸ, ਇਹਦੇ ਅੰਦਰ ਵੀ ਇਫ ਐਲਸ, ਇਹਦੇ ਅੰਦਰ ਵੀ ਇਫ ਐਲਸ, ਮਲਟੀਪਲ ਨੈਸਟਿੰਗ ਹੋ ਸਕਦੀ ਹੈ ਇਫ ਐਲਸ ਦੀ। ठीक है, सो अगर द ट्रू, अगर फर्स्ट इफ की कंडीशन ट्रू होएगी दैन वो ਉਹਦੇ अंदर वाली इफ एल्स चेक करेगा। अगर फर्स्ट कंडीशन ही फॉल्स हो जाती है दैन वो डायरेक्टली एल्स ਦੇ ਕੋਲ ਜਾਂਦਾ ਹੈ एंड ਉਹਨੂੰ प्रिंट कर ਦਿੰਦਾ। ठीक है, ਇਹਦਾ प्रोग्राम भी देख लेने कितना चलता है। फर्स्ट कंडीशन में इफ लगाई, इफ नंबर इज नॉट इक्वल टू 20, राइट है, नंबर की वैल्यू 210 लगाई है, नंबर इज नॉट इक्वल टू 20 मींस ट्रू हो गई। ਇਹਦੇ ਅੰਦਰ एंटर किया उन्हें प्रिंट करना है कंडीशन 1 फुलफिल्ड, ए लाइन प्रिंट होएगी। उस तो बाद डी आर टैग ने नेक्स्ट लाइन ਦੇ ਵਿੱਚ एंटर करवाना है, नंबर इज इक्वल टू 20 करेगा, देन अगेन नेक्स्ट लाइन ਦੇ ਵਿੱਚ एंटर करवाएगा, देन चेक कर रहा है नंबर इज लेस देन 20 और नॉट। ठीक है, फर्स्ट कंडीशन तो फुलफिल हो गई, नंबर नॉट इक्वल टू 20 है, बट उस तो अगे भी एक इफ एल्स मैं ਉਹਦੇ ਅੰਦਰ नेस्ट कर दी थी। ਉਹਦੇ ਵਿੱਚ मैं ਕੀ चेक कर रही हूं, नंबर लेस देन 20 है, नंबर की वैल्यू लेस देन 20 है या नहीं, नहीं है। सो ए वाला पार्ट, ए वाली इफ नहीं चलेगी, ਇਹਦਾ एल्स चलेगा, नंबर इज ग्रेटर देन 20। उस तो बाद ए प्रिंट होएगा, क्यों, क्योंकि ए वाला एल्स प्रिंट नहीं होएगा जस्ट बिकॉज ए वाली इफ एग्जीक्यूट हो गई है। आउटपुट देख लेते हैं कितना जल्दी है। फर्स्ट ऑफ ऑल नंबर इज इक्वल टू 210, चेक किया नंबर इज नॉट इक्वल टू 20, एंटर किया अंदर, फर्स्ट लाइन प्रिंट हुई। ठीक है, उस तो बाद सैकेंड लाइन की सीगा बी आर टैग ਉਹਦੇ ਨਾਲ ਨੈਕਸਟ ਲਾਈਨ ਚ ਮੂਵ ਕੀਤਾ। ਉਸ ਤੋਂ ਬਾਅਦ ਨੰਬਰ ਇਜ਼ ਨੋਟ ਇਕੁਅਲ ਟੂ 20 ਉਹ ਵੀ ਪ੍ਰਿੰਟ ਹੋ ਗਿਆ, ਦੈਨ ਬੀ ਆਰ ਟੈਗ ਸੀ ਉਹਨੇ ਫਿਰ ਨੈਕਸਟ ਲਾਈਨ ਦੇ ਵਿੱਚ ਮੂਵ ਕਰਵਾ ਦਿੱਤਾ। ਉਸ ਤੋਂ ਬਾਅਦ ਉਹਨੇ ਚੈੱਕ ਕੀਤਾ ਕਿ नंबर की वैल्यू लेस देन 20 है या नहीं, नंबर की वैल्यू लेस देन 20 है, नहीं है, सो ए वाली को नहीं प्रिंट होएगी, ए वाली इफ दा एल्स प्रिंट होएगा, दिस वन नंबर इज ग्रेटर देन 20, दैट्स व्हाई द नंबर इज ग्रेटर देन 20 प्रिंट होएगा। उस तो बाद ए वाला एल्स एग्जीक्यूट नहीं होएगा जस्ट बिकॉज ए इफ एग्जीक्यूट हो गया सी ਇਹਦਾ, सो एल्स ਦੀ ਲੋੜ नहीं। इको कितना बी आर नेक्स्ट लाइन ਦੇ ਵਿੱਚ मूव किया एंड देन इको आउट फ्रॉम नेस्टेड इफ स्टेटमेंट, दैट्स ऑल। ठीक है, लास्ट है स्विच स्टेटमेंट। स्विच स्टेटमेंट कदों यूज करते हैं ਅਸੀਂ स्विच स्टेटमेंट ਅਸੀਂ एल्स इफ लैडर ਨੂੰ रिप्लेस ਕਰਨ ਦੇ ਲਈ यूज करते हैं। ठीक है, स्विच स्टेटमेंट एल्स इफ लैडर ਦੇ ਲਈ ਨੂੰ ਰਿਪਲੇਸ ਕਰਨ ਲਈ यूज करते हैं। एल्स इफ लैडर ਦੇ ਵਿੱਚ ਅਸੀਂ ਰੇਂਜ ਦੇ ਸਕਦੇ ਹਾਂ ਵੈਲਿਊਜ਼ ਦੀ, लाइक आई सेड कि इफ वैल्यू इज लेस देन 20 और ग्रेटर देन 10 देन ए प्रिंट होए, अदरवाइज वैल्यू इज मतलब ਅਸੀਂ मार्क्स वाला प्रोग्राम ਹੁਣ तक बनाते हैं हर बारी कि अगर मार्क्स लेस देन 80 है, ग्रेटर देन 70 है तो उन्होंने ग्रेड बी दे दो, अगर ग्रेटर देन 80 लेस देन 90 है तो ग्रेड ए दे दो, कुछ इस तरह का करते आए हैं। ठीक है, उस केस ਦੇ ਵਿੱਚ ਕੀ ਹੁੰਦਾ ਸੀ, ਉਹਨੂੰ ਰੇਂਜ ਮਿਲਦੀ ਸੀ, बट अगर मैं सिर्फ एक वैल्यू के नाल ही ਉਹਨੂੰ कंपेयर करना चाहती हूँ, मैं रेंज नहीं देना चाहती। ठीक है, उस केस ਦੇ ਵਿੱਚ ਅਸੀਂ स्विच स्टेटमेंट यूज करते हैं। स्विच ਦੇ ਵਿੱਚ ਇੱਕ कंडीशन है कि एक्सप्रैशन मतलब वेरिएबल ਦਾ ਨਾਮ ਅਸੀਂ एक्सप्रैशन ਦੀ ਜਗ੍ਹਾ ਤੇ ਦਿੰਦੇ ਹਾਂ ਹਮੇਸ਼ਾ। ਸੈਕੰਡ ਥਿੰਗ ਵੈਲਿਊਜ਼ मतलब ਅਸੀਂ ਜਿਹੜੀ ਕੰਡੀਸ਼ਨ ਚੈੱਕ ਕਰਨ ਦੇ ਟਾਈਮ ਤੇ ਰਾਈਟ ਸਾਈਡ ਤੇ ਵੈਲਿਊ ਦਿੰਦੇ ਆ ਉਹ ਹਮੇਸ਼ਾ ਕੇਸ ਦੇ ਨਾਲ ਹੋਏਗੀ, ਐਂਡ ਵੈਲਿਊ ਜਿਹੜੀ ਹੈ ਉਹ केस सेंसिटिव होंगी है। अगर तुम इतने कैपिटल ए दो एंड तुम कहो कि स्मॉल ए नो भी वो रिकोगनाइज करे दैन ये फॉल्स है, बिकॉज ये वैल्यू जी है स्काई कोड के अकॉर्डिंग रन करती है। लास्ट थिंग स्विच बारे, ब्रेक स्टेटमेंट ऐड करना कंपलसरी है। ब्रेक स्टेटमेंट अगर नहीं ऐड करोगे तो हर एक केस वैल्यू को वो कंपेयर करता है एंड एक डिफॉल्ट वैल्यू असीं दिंदे हां ताकि अगर कोई भी केस की वैल्यू मैच नहीं करती तो डिफॉल्ट वैल्यू रन हो जाए। ठीक है, स्विच ਦੇ ਲਈ एक्सप्रैशन की वैल्यू दी केस 1 ਦੇ ਨਾਲ मैच किया, अगर मैच कर जाता दैन स्टेटमेंट एग्जीक्यूट होंगी है, ब्रेक होंगी है एंड दैन बाहर निकल जाता।
ਅਦਰਵਾਈਜ਼ ਉਹ ਫਿਰ ਅਗਰ ਨਹੀਂ ਮੈਚ ਕਰਦਾ ਤਾਂ ਨੈਕਸਟ ਕੇਸ ਦੇ ਨਾਲ ਮੈਚਿੰਗ ਕਰਦਾ, ਅਗਰ ਉਹ ਮੈਚ ਹੁੰਦਾ ਦੈਨ ਨੈਕਸਟ ਚੱਲਦਾ, ਅਦਰਵਾਈਜ਼ ਅਗੇਨ ਨੈਕਸਟ ਕੇਸ ਦੇ ਨਾਲ। ਇੱਦਾਂ ਕਰਦੇ ਕਰਦੇ ਲਾਸਟ ਕੇਸ ਤੱਕ ਵੀ ਅਗਰ ਨਹੀਂ ਮੈਚ ਕਰਦਾ ਦੈਨ ਲਾਸਟ ਵਿੱਚ ਉਹ ਡਿਫੋਲਟ ਵੈਲਿਊ ਦੇ ਕੋਲ ਪਹੁੰਚ ਜਾਂਦਾ ਐਂਡ ਡਿਫੋਲਟ ਵੈਲਿਊ ਨੂੰ ਐਗਜ਼ੀਕਿਊਟ ਕਰਦਾ। ਡਿਫੋਲਟ ਵੈਲਿਊ ਕੋਈ ਵੀ ਕੇਸ ਸੈਂਸਿਟੀਵਿਟੀ ਨਹੀਂ ਹੈ ਇਹਦੇ ਵਿੱਚ ਡਿਫੋਲਟ ਵੈਲਿਊ ਅਸੀਂ ਪ੍ਰਿੰਟ ਕਰਦੇ ਤਾਂ ਜਸਟ ਬਿਕੋਜ਼ ਸਾਡੀ ਕੋਈ ਵੀ ਕੇਸ ਦੀ ਵੈਲਿਊ ਸਾਡੇ ਐਕਸਪ੍ਰੈਸ਼ਨ ਦੇ ਨਾਲ ਮੈਚ ਨਹੀਂ ਕੀਤੀ, देन डिफॉल्ट ਦੀ ਪ੍ਰਿੰਟ ਕਰੇਗਾ। डिफॉल्ट ਦੇ ਬਾਅਦ ਬ੍ਰੇਕ ਸਟੇਟਮੈਂਟ ਲਗਾਉਣਾ ਕੰਪਲਸਰੀ ਨਹੀਂ ਹੁੰਦਾ, ਬਟ ਅਗਰ ਲਗਾਉਂਦੇ ਹੋ ਤਾਂ ਐਟਲੀਸਟ ਸਾਡੀ ਕੋਡ ਦੀ ਆਪਟੀਮਾਈਜੇਸ਼ਨ ਇੰਪਰੂਵ ਹੁੰਦੀ ਹੈ ਅਗੇਨ। ਠੀਕ ਹੈ, ਆਪਟੀਮਾਈਜ਼ਡ ਕੋਡ ਇਜ਼ ਬੈਟਰ ਆਲਵੇਜ਼। ਓਕੇ, ਪ੍ਰੋਗਰਾਮ ਸਵਿਚ ਸਟੇਟਮੈਂਟ ਮੈਂ ਇੱਕ ਨੰਬਰ ਵੇਰੀਏਬਲ ਡਿਕਲੇਅਰ ਕੀਤਾ, ਉਹਦੇ ਵਿੱਚ 20 ਵੈਲਿਊ ਸੈਂਡ ਕੀਤੀ। ਠੀਕ ਹੈ, ਸਵਿਚ ਦੇ ਵਿੱਚ ਮੈਂ ਉਸ ਨੰਬਰ ਦੀ ਵੈਲਿਊ ਸੈਂਡ ਨੰਬਰ ਵੇਰੀਏਬਲ ਨੂੰ ਭੇਜਿਆ, ਉਹਦੀ ਵੈਲਿਊ ਜਿਹੜੀ ਉਹ ਕੇਸਿਸ ਦੇ ਨਾਲ ਲਿਖੀ ਹੈ। ਫਸਟ ਟਾਈਮ ਉਹ ਕੇਸ 10 ਦੇ ਨਾਲ ਮੈਚ ਕਰ ਰਿਹਾ, 10 ਦੀ ਵੈਲਿਊ 20 ਦੇ ਇਕੁਅਲ ਹੈ ਨਹੀਂ ਹੈ, ਸੋ ਇਹ ਲਾਈਨ ਪ੍ਰਿੰਟ ਨਹੀਂ ਹੋਏਗੀ। ਸੈਕੰਡ ਕੇਸ ਦੇ ਕੋਲ ਗਿਆ, ਸੈਕੰਡ ਕੇਸ 20 ਇਜ਼ ਇਕੁਅਲ ਟੂ 20 ਟਰੂ ਹੈ, ਸੋ ਨੰਬਰ ਇਜ਼ ਇਕੁਅਲ ਟੂ 20 ਪ੍ਰਿੰਟ ਹੋ ਰਿਹਾ। ਓਕੇ, ਉਸ ਤੋਂ ਬਾਅਦ ਅਗਲੇ ਕੇਸਿਸ ਨੂੰ ਕਿਸੇ ਨੂੰ ਵੀ ਉਹ ਚੈੱਕ ਨਹੀਂ ਕਰੇਗਾ, ਡਾਇਰੈਕਟਲੀ ਕੋਡ ਤੋਂ ਬਾਹਰ ਆ ਜਾਣਾ। दैट्स ऑल। डिसीजन मेकिंग स्टेटमेंट खत्म, ਇੰਨੀਆਂ ਹੀ डिसीजन मेकिंग स्टेटमेंट्स करनी है। ठीक है, नेक्स्ट प्रैक्टिकल भी ਤੁਹਾਡਾ ਇਹੀ ਹੈ, डिसीजन मेकिंग स्टेटमेंट्स यूज करनी है PHP ਦੇ ਕੋਡ ਦੇ ਲਈ। I will be sending questions of practical in classroom। Okay, कोई डाउट है किसी ਨੂੰ?